ਸਵੇਰੇ ਲੁਧਿਆਣਾ ਤੋਂ ਸ਼ੁਰੂਆਤ, ਸ਼ਾਮ ਨੂੰ ਅੰਮ੍ਰਿਤਸਰ ਪਹੁੰਚੇ ਅਮਿਤ ਸ਼ਾਹ। ਦਰਬਾਰ ਸਾਹਿਬ ਦੁਰਗਿਆਣਾ ਮੰਦਿਰ ਦੇ ਵਿੱਚ ਟੇਕਿਆ ਮੱਥਾ। ਪਟਿਆਲਾ ਦੇ ਵਿੱਚ ਕੈਪਟਨ ਦਲੀਪ ਸ਼ਾਹ ਦਾ ਪ੍ਰਚਾਰ, ਕਿਹਾ ਕਾਂਗਰਸ ਨੇ ਕੀਤਾ ਸਾਬਕਾ ਸੀਐਮ ਦਾ ਅਪਮਾਨ, ਪੰਜਾਬ ਦੀ ਸੁਰੱਖਿਆ ਦੇ ਲਈ ਬੀਜੇਪੀ ਦੀ ਸਰਕਾਰ ਨੂੰ ਦੱਸਿਆ ਜ਼ਰੂਰੀ। ਮਿਸ਼ਨ ਪੰਜਾਬ ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸੀਐਮ ਚੰਨੀ ਨੂੰ ਲੈ ਕੇ ਕੀਤਾ ਵੱਡਾ ਦਾਅਵਾ, ਕਿਹਾ ਸਾਡੇ ਸਰਵੇ 'ਚ ਦੋਵੇਂ ਸੀਟਾਂ ਹਾਰ ਰਹੇ ਨੇ ਕਾਂਗਰਸ ਦੇ ਮੁੱਖ ਮੰਤਰੀ। ਕਾਂਗਰਸ ਦੇ ਲਈ ਪ੍ਰਿਯੰਕਾ ਦਾ ਧੂਆਂਧਾਰ ਪ੍ਰਚਾਰ, ਕੋਟਕਪੁਰਾ ਧੂਰੀ ਦੇ ਵਿੱਚ ਰੈਲੀ ਤਾਂ ਡੇਰਾਬੱਸੀ ਸੜਕ ਤੇ ਉਤਰ ਕੇ ਮੰਗੀਆਂ ਵੋਟਾਂ। ਆਮ ਆਦਮੀ ਪਾਰਟੀ ਤੇ ਲਗਾਇਆ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣ ਦਾ ਇਲਜ਼ਾਮ। ਸਿੱਧੂ ਦੇ ਐਕਸ਼ਨ ਦੇ ਨਾਲ ਫਿਰ ਟੈਂਸ਼ਨ ਦੇ ਵਿੱਚ ਕਾਂਗਰਸ। ਧੂਰੀ ਦੇ ਵਿੱਚ ਮੰਚ ਤੋਂ ਆਇਆ ਭਾਸ਼ਣ ਦਾ ਸੱਦਾ, ਪਰ ਪ੍ਰਿਯੰਕਾ ਦੀ ਹਾਜ਼ਰੀ ਦੇ ਵਿੱਚ ਹੀ ਬੋਲਣ ਤੋਂ ਕੀਤਾ ਸਿੱਧੂ ਨੇ ਇਨਕਾਰ। ਮਾਲਵਾ ਸੁਖਬੀਰ ਨੇ ਸੰਭਾਲਿਆ ਮੋਰਚਾ, ਸੰਗਰੂਰ ਤੇ ਮਾਨਸਾ ਦੇ ਹਲਕਿਆਂ ਦੇ ਵਿੱਚ ਕੀਤਾ ਪ੍ਰਚਾਰ। ਲੋਕਾਂ ਨੂੰ ਕਿਹਾ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਨਾ ਕਰਿਓ ਗਲਤੀ, ਪੰਜਾਬ ਦੇ ਪਾਣੀਆਂ ਦੇ ਉੱਤੇ ਹੈ ਕੇਜਰੀਵਾਲ ਦੀ ਨਜ਼ਰ। ਮਜੀਠੀਆ ਨੇ ਸਿੱਧੂ ਤੇ ਲਗਾਇਆ ਇਲਜ਼ਾਮ, ਕਿਹਾ ਰੈਲੀ ਦੇ ਵਿੱਚ ਆਉਣ ਤੋਂ ਰੋਕਣ ਦੇ ਲਈ ਵਰਕਰਾਂ ਨੂੰ ਧਮਕਾ ਰਹੇ ਨੇ ਸਿੱਧੂ ਦੇ ਲੋਕ। ਪੁਲਿਸ ਕਮਿਸ਼ਨਰ ਤੋਂ ਕੀਤੀ ਕਾਰਵਾਈ ਦੀ ਮੰਗ। ਜਾਇਦਾਦ ਮਾਮਲੇ ਤੇ ਸੀਐਮ ਚੰਨੀ ਨੇ ਭਗਵੰਤ ਮਾਨ ਨੂੰ ਦਿੱਤਾ ਚੈਲੰਜ, ਕਿਹਾ ਆਪਣੀ ਪ੍ਰਾਪਰਟੀ ਮੈਨੂੰ ਦੇ ਦਿਓ ਤੇ ਮੇਰੀ ਜਾਇਦਾਦ ਤੁਸੀਂ ਲੈ ਲਓ। ਭਗਵੰਤ ਮਾਨ ਤੇ ਲਗਾਇਆ ਗਲਤ ਅੰਕੜੇ ਪੜਨ ਦਾ ਇਲਜ਼ਾਮ। ਚੋਣ ਫੇਰੀਆਂ ਦੌਰਾਨ ਪੰਜਾਬੀ ਸਟਾਈਲ ਦੇ ਵਿੱਚ ਨਜ਼ਰ ਆਈ ਪ੍ਰਿਯੰਕਾ ਗਾਂਧੀ, ਖੇਤਾਂ ਦੀ ਕੀਤੀ ਸੈਰ ਤਾਂ ਸਾਗ ਤੇ ਮੱਕੀ ਦੀ ਰੋਟੀ ਦਾ ਬਣਿਆ ਨਾ। ਸਤਿ ਸ੍ਰੀ ਅਕਾਲ, ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਕਰਾਂਗੇ ਦੇਸ਼ ਦੇ ਵੱਡੇ ਸਿਆਸਤਦਾਨਾਂ ਦੀ, ਜਿਨ੍ਹਾਂ ਦਾ ਜਮਾਵੜਾ ਹੁਣ ਪੰਜਾਬ ਦੀ ਧਰਤੀ ਦੇ ਉੱਤੇ ਇਲੈਕਸ਼ਨ ਤੋਂ ਪਹਿਲਾਂ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ। ਸਿਆਸਤ ਦਾ ਸੁਪਰ ਸੰਡੇ ਰਿਹਾ। 3 ਤਸਵੀਰਾਂ ਦੇ ਨਾਲ ਸ਼ੁਰੂਆਤ ਹੈ। ਦੰਗਲ ਦੇ ਵਿੱਚ ਦਿੱਗਜ ਨਜ਼ਰ ਆਏ। ਅਮਿਤ ਸ਼ਾਹ ਲੁਧਿਆਣਾ, ਪਟਿਆਲਾ ਤੇ ਅੰਮ੍ਰਿਤਸਰ ਦੇ ਵਿੱਚ ਪਹੁੰਚੇ। ਪ੍ਰਿਯੰਕਾ ਗਾਂਧੀ ਕੋਟਕਪੁਰਾ, ਧੂਰੀ ਤੇ ਡੇਰਾਬੱਸੀ ਦੇ ਵਿੱਚ ਪ੍ਰਚਾਰ ਕਰਦੇ ਨਜ਼ਰ ਆਏ। ਤਾਂ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਵਿੱਚ ਚੋਣ ਹੰਕਾਰ ਭਰੀ। ਤਾਂ ਸਿਆਸਤ ਦਾ ਸੁਪਰ ਸੰਡੇ, ਵੱਡੇ ਦਿੱਗਜ ਦੇਸ਼ ਦੀ ਸਿਆਸਤ ਦੇ, ਉਹ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਨਜ਼ਰ ਆਏ। ਤੇ ਗੱਲ ਕਰਾਂਗੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ। ਅੰਮ੍ਰਿਤਸਰ ਦੇ ਵਿੱਚ ਅਮਿਤ ਸ਼ਾਹ ਦੀ ਧਾਰਮਿਕ ਫੇਰੀ, ਜਿਹਾਂ ਸ਼ੁਰੂਆਤ ਕੀਤੀ ਸਵੇਰੇ ਪ੍ਰਚਾਰ ਦੇ ਨਾਲ ਤੇ ਸ਼ਾਮ ਨੂੰ ਅੰਮ੍ਰਿਤਸਰ ਪਹੁੰਚੇ। ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਅਮਿਤ ਸ਼ਾਹ। ਇਸ ਦੌਰਾਨ ਅਕਾਲ ਤਖਤ ਸਾਹਿਬ ਵੀ ਅਮਿਤ ਸ਼ਾਹ ਨੇ ਪਹੁੰਚ ਕੇ ਮੱਥਾ ਟੇਕਿਆ। ਇਸ ਤੋਂ ਪਹਿਲਾਂ ਦੁਰਗਿਆਣਾ ਮੰਦਿਰ ਤੇ ਵਾਲਮੀਕ ਮੰਦਿਰ ਵੀ ਅਮਿਤ ਸ਼ਾਹ ਨਤਮਸਤਕ ਹੋਏ। ਤਾਂ ਜੋ ਅੰਮ੍ਰਿਤਸਰ ਜਾਂਦੇ ਨੇ ਸਿਆਸਤਦਾਨ, ਤਾਂ ਦਰਬਾਰ ਸਾਹਿਬ ਦੇ ਵਿੱਚ ਹਾਜ਼ਰੀ ਲਗਵਾਉਣ ਦੀ ਹਰ ਕਿਸੇ ਦੀ ਕੋਸ਼ਿਸ਼ ਰਹਿੰਦੀ ਹੈ। ਦਰਬਾਰ ਸਾਹਿਬ ਅਮਿਤ ਸ਼ਾਹ ਪਹੁੰਚੇ। ਦੁਰਗਿਆਣਾ ਮੰਦਿਰ, ਦਰਬਾਰ ਸਾਹਿਬ, ਵਾਲਮੀਕ ਤੀਰਥ ਵਿੱਚ ਜਾ ਕੇ ਸੀਸ ਨਵਾਏ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਅੰਮ੍ਰਿਤਸਰ ਪਹੁੰਚੇ ਦਰਬਾਰ ਸਾਹਿਬ ਦੇ ਵਿੱਚ ਤੇ ਜਥੇਦਾਰ ਦੇ ਨਾਲ ਵੀ ਦੇਸ਼ ਦੇ ਗ੍ਰਹਿ ਮੰਤਰੀ ਨੇ ਮੁਲਾਕਾਤ ਕੀਤੀ। ਜਥੇਦਾਰ ਅਤੇ ਅਮਿਤ ਸ਼ਾਹ ਦੀ ਮੀਟਿੰਗ, ਵੱਡੀ ਖਬਰ ਹੈ। ਜਥੇਦਾਰ ਦੇ ਨਾਲ ਅਮਿਤ ਸ਼ਾਹ ਨੇ ਮੀਟਿੰਗ ਕੀਤੀ ਹੈ। ਬੰਦ ਕਮਰਾ ਮੀਟਿੰਗ ਅਮਿਤ ਸ਼ਾਹ ਕਰ ਰਹੇ ਨੇ। ਜਥੇਦਾਰ ਦੇ ਨਾਲ ਅਮਿਤ ਸ਼ਾਹ ਦੀ ਇਹ ਬੰਦ ਕਮਰਾ ਮੀਟਿੰਗ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ। ਲਾਜ਼ਮੀ ਤੌਰ ਤੇ ਇਲੈਕਸ਼ਨ ਤੋਂ ਪਹਿਲਾਂ ਇਹ ਮੁਲਾਕਾਤ ਦੇ ਕਈ ਸਿਆਸੀ ਮਾਇਨੇ ਕੱਢੇ ਜਾ ਸਕਦੇ ਨੇ। ਹਾਲਾਂਕਿ ਇੱਕ ਧਾਰਮਿਕ ਸ਼ਖਸੀਅਤ ਨੇ ਜਥੇਦਾਰ ਸਾਹਿਬ ਤੇ ਉਹਨਾਂ ਦੇ ਨਾਲ ਮੁਲਾਕਾਤ, ਜਿਹੜੇ ਵੱਡੇ ਸਿਆਸਤਦਾਨ ਜਾਂ ਹੋਰ ਜਿਹੜੀਆਂ ਸ਼ਖਸੀਅਤਾਂ ਪਹੁੰਚਦੀਆਂ ਨੇ ਉਹ ਵੀ ਮੁਲਾਕਾਤ ਕਰਨ ਦੇ ਲਈ ਪਹੁੰਚਦੀਆਂ ਨੇ, ਉਹਨਾਂ ਦੇ ਨਾਲ ਮੁਲਾਕਾਤ ਕਰਦੇ ਨੇ। ਪਰ ਇਹ ਮੁਲਾਕਾਤ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਜ਼ਰੂਰ ਦਿਖਾ ਰਹੇ ਹਾਂ। ਜੋ ਬੰਦ ਕਮਰਾ ਮੁਲਾਕਾਤ ਹੋਈ ਹੈ, ਇਸ ਮੁਲਾਕਾਤ ਦੇ ਵਿੱਚ ਅਮਿਤ ਸ਼ਾਹ ਸਿਰ ਤੇ ਪੱਗ ਸਜਾਏ ਹੋਏ ਨਜ਼ਰ ਆ ਰਹੇ ਨੇ। ਜਦੋਂ ਦਰਬਾਰ ਸਾਹਿਬ ਪਹੁੰਚੇ ਸੀ ਕੁਝ ਇਸ ਅੰਦਾਜ਼ ਦੇ ਵਿੱਚ ਪੰਜਾਬ ਦੇ ਵਿੱਚ ਪਹੁੰਚੇ ਤਾਂ ਪੰਜਾਬੀ ਰੰਗ ਦੇ ਵਿੱਚ ਵੀ ਰੰਗੇ ਹੋਏ ਨਜ਼ਰ ਆਏ। ਸਿੱਧਾ ਲੈ ਕੇ ਚੱਲਦੇ ਤੁਹਾਨੂੰ ਅੰਮ੍ਰਿਤਸਰ। ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਰਾਜੀਵ ਸ਼ਰਮਾ। ਰਾਜੀਵ, ਕੀ ਕੁਝ ਜਾਣਕਾਰੀ ਇਸ ਸਮੇਂ ਤੁਹਾਡੇ ਕੋਲ ਇਸ ਮੁਲਾਕਾਤ ਨੂੰ ਲੈ ਕੇ?
जी हाँ बिल्कुल ये जो अमित शाह वालों रैली की गई और रैली के भी उन्होंने कहा कि वह गुरु घर के जाके नतमस्तक होणगे। तो जिदा ही हरमंदर साहब वालों मत्था टेकिया गया उस तो बाद अकाल तख्त साहब के जथेदार ज्ञानी हरप्रीत सिंह के नाल उन्हां दी जो अकाल तख्त साहब सकत्रेत है उत्थे मुलाकात चल रही है, हुण भी जारी है। और ये भी जानकारी मिली है कि वह अकाल तख्त साहब के जथेदार के नाल ही प्रशादा भी छकणगे। दूसरे पासे मैं इस वेले भरावां दे ढाबे के बाहर हाँ जिथे कि सुरक्षा के प्रबंध किए गए हैं और कहा जा रहा है कि अमित शाह वालों इत्थे जो है बीजेपी के जोड़े आगू ने उन्होंने नाल रोटी खाधी जाएगी। तो जेकर असीं सियासी तौर पर इस मुलाकात को देखिए तो इसके कई मायने जोड़े ने कड्डे जा भी रहे हैं और कड्डने लाजमी भी ने, क्योंकि एक पासे पंजाब दे विच चोणां सिर ते ने और चुनावी दौरा है। बिल्कुल मैं राजीव खास तौर पे इस मीटिंग और तस्वीर ਜਿਹੜੀ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦਿਖਾ ਰਹੇ ਹਾਂ ਕੌਣ-ਕੌਣ ਉੱਥੇ ਮੌਜੂਦ ਹੈ। ਤਸਵੀਰ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਨਜ਼ਰ ਆ ਰਹੀਆਂ ਨੇ, ਕੇਂਦਰੀ ਮੰਤਰੀ ਨਜ਼ਰ ਆ ਰਹੇ ਨੇ, ਤਰੁਣ ਚੁਗ ਬੈਠੇ ਹੋਏ ਨੇ, ਮਨਜਿੰਦਰ ਸਿਰਸਾ ਨਜ਼ਰ ਆ ਰਹੇ ਨੇ। ਇਸ ਮੀਟਿੰਗ ਨੂੰ ਲੈ ਕੇ ਤੁਹਾਡੇ ਕੋਲ ਕੀ ਕੁਝ ਜਾਣਕਾਰੀ ਹੈ? जी हाँ बिल्कुल जिथे तक मीटिंग की गल है तो जोड़े तुसीं चेहरिਆਂ का नाम लिया उस सब तो वध चर्चा का जोड़ा विषय रहने वाला चेहरा मनजिंदर सिंह सिरसा जो कि जो उन्होंने भाजपा ज्वाइन की सी तो अकाल तख्त साहब के जथेदार वालों बहुत वड्डी टिप्पणी उन्होंने खिलाफ की गई सी। इत्थों तक कि घर का पेती लंका ढाउण वर्गियां जिहड़ियां लाइनां ने उसका भी इस्तेमाल किया गया सी, जिसका बाद दे विच एक बहुत असीं कह सकते कि सियासी तौर पर उसकी एक वड्डी चर्चा भी हुई सी और बयानबाजियां का भी दौर शुरू होया सी। तो मनजिंदर सिरसा इस मुलाकात दे विच एक अहम कड़ी मन्ने जा रहे हैं, क्योंकि वह जो अकाली दल दे विच सी या जो दिल्ली गुरुद्वारा मैनेजमेंट कमेटी के प्रधान सी तो उस वेले अकाल तख्त साहब के जथेदार के नाल लगातार संपर्क दे विच रहे हैं। तो अकाल तख्त साहब के जथेदार ने उस वेले भी जिक्र किया सी कि उन्होंने मनजिंदर सिरसा नूं बहुत इस बारे समझाउण की कोशिश की सी कि वह बीजेपी दे विच ना जाण, पर अज जिहड़ी मुलाकात हो रही है और उस दे विच मनजिंदर सिरसा उचेचे तौर पर दिल्ली तो, क्योंकि दिल्ली की जेकर असीं गल करिए तो पंजाब दीआं चोणां ने उस दे विच मनजिंदर सिरसा की जिहड़ी एंट्री अज की जिहड़ी रैली अमृतसर दे विच हुंदी है उस दे विच भी स्टेज के उपर मनजिंदर सिरसा नज़र आउंदे ने। तो सियासी तौर पर इस मुलाकात के कई मायने जिहड़े ने कड्डे जा रहे हैं और इसके उपर क्योंकि जेकर मनजिंदर सिरसा भी उस मुलाकात के शामिल ने तो उन्हां दी भूमिका के उपर भी लाजमी तौर पर जिहड़ियां सियासी पार्टियां ने पंजाब दीआं वो सवाल जरूर खड़े करनगियां। पर इस वेले जिहड़ी मुलाकात की जा रही है इस दे बारे कोई भी जानकारी ना तो पहलां तो मीडिया नूं दित्ती गई सी और ना ही, पर इत्थे ये जरूर समझण वाली गल है कि इस बारे अकाल तख्त साहिब के जथेदार नूं पहलां तो जानकारी सी, क्योंकि आम तौर पर अकाल तख्त साहिब के जिहड़े जथेदार ने ज्ञानी हरप्रीत सिंह वो हर रोज़ अमृतसर दे विच मौजूद नहीं रहिंदे। तां इस बारे उन्हां नूं पहलां तो सूचित किया गया सी कि अमित शाह पंजाब के दौरे ते ने और शाम वेले वो हरमंदर साहिब नतमस्तक होणगे। तां हो सकदा कि अकाल तख्त साहिब के जथेदार उन्हां दा इंतजार कर रहे सी और जिद्दां ही वो मत्था टेकण तो बाद बाहर निकलते हैं तो सीधा अकाल तख्त साहिब का जो सकत्रेत है जिथे आम तौर पर अकाल तख्त साहब के जथेदार बैठते हैं उन्होंने ऑफिस भी है उत्थे ही पंज सिंह साहिबाना दी जिहड़ियां मीटिंगां ने वो भी हुंदियां ने। तो उस थां ते इस वेले तमाम जिहड़े बीजेपी के वड्डे आगू ने और खास तौर पर अमित शाह अकाल तख्त के जथेदार ज्ञानी हरप्रीत सिंह के नाल मुलाकात कर रहे हैं और इस मुलाकात तो बाद की मीडिया के नाल अमित शाह या फिर जथेदार या होर बीजेपी के जिहड़े आगू ने कि वो कोई गलबात करते हैं, हालांकि इसकी भी संभावना बहुत घट है। पर इस मुलाकात नूं पंजाब की सियासत और पंजाब दीआं चोणां दे नाल जेकर जोड़ के देखा जाए तो इसके बहुत सारे सियासी मायने निकलने लाजमी ने। जी गौरव ਤੇ ਕੋਈ ਇਸ ਮੁਲਾਕਾਤ ਦੇ ਬਾਰੇ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਕੋਈ ਐਸਜੀਪੀਸੀ ਦੇ ਵੱਲੋਂ ਜਾਂ ਫਿਰ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਂ ਫਿਰ ਇਸ ਨੂੰ ਇੱਕ ਸ਼ਿਸ਼ਟਾਚਾਰ ਮੁਲਾਕਾਤ ਸਮਝਿਆ ਜਾਵੇ, ਕਿਉਂਕਿ ਮੁਲਾਕਾਤ ਹੋਣਾ ਦੇਸ਼ ਦੇ ਗ੍ਰਹਿ ਮੰਤਰੀ ਦੀ और बीजेपी ਦੇ ਇੱਕ ਬਹੁਤ ਵੱਡੇ ਚਿਹਰੇ ਦੀ ਜਾਂ ਕਹੀਏ ਕਿ ਦੇਸ਼ ਦੀ ਸਿਆਸਤ 'ਚ ਬੀਜੇਪੀ ਦੇ ਜੇ ਦੋ ਵੱਡੇ ਚਿਹਰੇ ਨੇ, ਇੱਕ ਪ੍ਰਧਾਨ ਮੰਤਰੀ ਤੇ ਦੂਜੇ ਗ੍ਰਹਿ ਮੰਤਰੀ ਨੇ, ਤੇ ਉਹਨਾਂ ਦੀ ਮੁਲਾਕਾਤ ਹੋਣਾ ਜਥੇਦਾਰ ਸਾਹਿਬ ਦੇ ਨਾਲ ਉਹ ਕਈ ਤਰ੍ਹਾਂ ਦੇ ਜਿਹੜੇ ਜ਼ਰੂਰ ਕਿਆਸ ਲਗਾਏ ਜਾਂਦੇ ਨੇ ਉਸ ਦੇ ਨਾਲ ਜਾਂ ਲਗਾਏ ਜਾ ਸਕਦੇ ਨੇ, ਖਾਸ ਤੌਰ ਤੇ ਜਦੋਂ ਪਰ ਗੌਰਵ 5-6 ਦਿਨਾਂ ਬਾਅਦ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ। पर इत्थे एक होर चीज़ है क्योंकि जदों भी देश का गृह मंत्री या देश का प्रधानमंत्री किसी धार्मिक स्थान पर पहुँचता तो किसी भी धर्म के नाल जिहड़ी जुड़ी संस्था या उसके जिहड़ी नुमाइंदगी करने वाले लोग ने तो अक्सर वड्डियां शख्सियतां दे नाल मुलाकात करके अपनी जिहड़ी समाज नूं या अपने धर्म के नाल संबंधित जिहड़ियां मुश्किलां दरपेश मुश्किलां उन्हां नूं पेश आउंदियां ने तो उन्हां दे हल दे लई मैमोरेंडम दिते जांदे ने, मंग पत्र दिते जांदे ने। तो हो सकदा है कि अकाल तख्त साहिब के जथेदार वल्लों भी केंद्र सरकार दे अगे कोई ऐसी
ਦੀ ਮੰਗ ਰੱਖੀ ਜਾਵੇ, ਪਰ ਇਸ ਦੀ ਜਾਣਕਾਰੀ ਕੋਈ ਪਹਿਲਾਂ ਤੋਂ ਨਹੀਂ ਦਿੱਤੀ ਗਈ। ਉਸ ਤੋਂ ਬਾਅਦ ਹੋ ਸਕਦਾ, ਕਿਉਂਕਿ ਭਾਵੇਂ ਉਹ ਬੰਦੀ ਸਿੱਖਾਂ ਦੀ ਗੱਲ ਹੈ ਜਾਂ ਹੋਰ ਕਈ ਐਸੇ ਸਿੱਖ ਕੈਦੀ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਤਾਂ ਉਹ ਵੀ ਇੱਕ ਵੱਡਾ ਮੁੱਦਾ ਹੈ ਪੂਰੇ ਸਿੱਖ ਪੰਥ ਦੇ ਲਈ। ਤਾਂ ਹੋ ਸਕਦਾ ਹੈ ਉਸ ਨੂੰ ਲੈ ਕੇ ਕੋਈ ਵਿਚਾਰ ਚਰਚਾ ਹੋਵੇ। ਤਾਂ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਅੱਜ ਚਰਚਾ ਹੋ ਸਕਦੀ ਹੈ। ਪਰ ਜਿੱਥੋਂ ਤੱਕ ਪੰਜਾਬ ਦੇ ਵਿੱਚ ਚੋਣਾਂ ਦਾ ਸਵਾਲ ਹੈ, ਤਾਂ ਇੱਕ ਚੁਣਾਵੀ ਦੌਰੇ ਦੇ ਦੌਰਾਨ ਅਮਿਤ ਸ਼ਾਹ ਅੰਮ੍ਰਿਤਸਰ ਆਉਂਦੇ ਨੇ ਔਰ ਉਸ ਦੌਰਾਨ ਇਹ ਮੁਲਾਕਾਤ ਜਿਹੜੀ ਹੈ ਹੁੰਦੀ ਹੈ। ਇਸ ਕਰਕੇ ਇਸ ਦੇ ਬਹੁਤ ਸਾਰੇ ਹੋਰ ਵੀ ਜਿਹੜੇ ਅਸੀਂ ਕਹਿ ਸਕਦੇ ਕਿ ਪੋਲੀਟੀਕਲ ਐਂਗਲ ਤੋਂ ਜੇਕਰ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਬਾਰੇ ਸੋਚਿਆ ਜਾ ਰਿਹਾ। ਪਰ ਕਿਤੇ ਨਾ ਕਿਤੇ ਕਿਉਂਕਿ ਇਹ ਇੱਕ ਅਗਲਾ ਜਵਾਬ ਹੋ ਸਕਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿ ਉਹਨਾਂ ਨੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਇਸ ਲਈ ਕੀਤੀ ਕਿਉਂਕਿ ਬਹੁਤ ਸਾਰੀਆਂ ਐਸੀਆਂ ਸਿੱਖਾਂ ਦੀਆਂ ਮੰਗਾਂ ਨੇ ਜੋ ਕੇਂਦਰ ਸਰਕਾਰ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ। ਕਿਉਂਕਿ ਪਹਿਲਾਂ ਅਕਾਲੀ ਦਲ ਬੀਜੇਪੀ ਦਾ ਭਾਈਵਾਲ ਸੀ, ਕੇਂਦਰ ਦੇ ਵਿੱਚ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਸੀ, ਤਾਂ ਉਸ ਵੇਲੇ ਇਹ ਕਿਹਾ ਜਾਂਦਾ ਸੀ ਕਿ ਸਾਡੀ ਨੁਮਾਇੰਦਗੀ ਜਿਹੜੀ ਹੈ ਅਕਾਲੀ ਦਲ ਦੀ ਉਹ ਹਰਸਿਮਰਤ ਕੌਰ ਬਾਦਲ ਜਾਂ ਅਕਾਲੀ ਦਲ ਦਿੱਲੀ ਦੇ ਵਿੱਚ ਕਰਦਾ ਹੈ। ਪਰ ਹੁਣ ਅਕਾਲੀ ਦਲ ਤੇ ਬੀਜੇਪੀ ਵੱਖ ਹੋ ਕੇ ਪਹਿਲੀ ਵਾਰ ਚੋਣਾਂ ਲੜ ਰਹੇ ਨੇ, ਤਾਂ ਕਿਤੇ ਨਾ ਕਿਤੇ ਇੱਕ ਅਸੀਂ ਕਹਿ ਸਕਦੇ ਕਿ ਉਹਨਾਂ ਦੇ ਕੋਲ ਇੱਕ ਮੌਕਾ ਸੀ ਕਿ ਪੰਜਾਬ ਔਰ ਖਾਸ ਤੌਰ ਤੇ ਸਿੱਖ ਧਰਮ ਦੇ ਨਾਲ ਜਾਂ ਸਿੱਖ ਪੰਥ ਦੇ ਨਾਲ ਸੰਬੰਧਿਤ ਜਿਹੜੀਆਂ ਮੁਸ਼ਕਲਾਂ ਨੇ ਉਹ ਕਿਤੇ ਨਾ ਕਿਤੇ ਕੇਂਦਰ ਸਰਕਾਰ ਤੱਕ ਪਹੁੰਚਾਈਆਂ ਜਾਣ। ਤਾਂ ਇਸ ਕਰਕੇ ਵੀ ਇਹ ਜਿਹੜੀ ਮੁਲਾਕਾਤ ਹੈ ਉਹ ਕਾਫੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਤਾਂ ਕਾਫੀ ਦੇਰ ਤੋਂ ਉਹ ਬੰਦ ਕਮਰਾ ਜਿਹੜੀ ਮੀਟਿੰਗ ਹੈ ਉਹ ਜਾਰੀ ਹੈ। ਉਸ ਮੀਟਿੰਗ ਤੋਂ ਬਾਅਦ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਹੋ ਸਕਦਾ ਕੋਈ ਜਾਣਕਾਰੀ ਸਾਂਝੀ ਕੀਤੀ ਜਾਵੇ ਜਿਹਦੀਆਂ ਸੰਭਾਵਨਾਵਾਂ ਘੱਟ ਨੇ। ਪਰ ਇਸ ਮੀਟਿੰਗ ਦੇ ਉੱਪਰ ਇਸ ਵੇਲੇ ਸਾਰਿਆਂ ਦੀ ਨਜ਼ਰ ਬਣੀ ਹੋਈ ਹੈ ਔਰ ਕੱਲ ਸਵੇਰ ਨੂੰ ਸਿਆਸੀ ਪਾਰਟੀਆਂ ਦੇ ਵੀ ਇਸ ਤੇ ਬਿਆਨ ਜਿਹੜੇ ਆਉਣੇ ਉਹ ਲਾਜ਼ਮੀ ਨੇ। ਤਾਂ ਸਿਆਸੀ ਮੁੱਦਾ ਵੀ ਇਹ ਮੁਲਾਕਾਤ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਣ ਸਕਦੀ ਹੈ। ਜੀ ਗੌਰਵ। ਠੀਕ ਹੈ, ਤੁਸੀਂ ਨਜ਼ਰ ਬਣਾਏ ਰੱਖੋ ਕਿ ਮੀਟਿੰਗ ਦੇ ਵਿੱਚ ਕੀ ਕੁਝ ਹੁੰਦਾ, ਉਸ ਦੀ ਕਿੰਨੀ ਕੁ ਜਾਣਕਾਰੀ ਮਿਲਦੀ ਹੈ ਜਾਂ ਬਾਹਰ ਆ ਕੇ ਆਗੂ ਕੋਈ ਬੋਲਦੇ ਨੇ ਨਹੀਂ ਬੋਲਦੇ, ਜਥੇਦਾਰ ਸਾਹਿਬ ਦੇ ਵੱਲੋਂ ਕੋਈ ਬਿਆਨ ਦਿੱਤਾ ਜਾਂਦਾ ਨਹੀਂ ਦਿੱਤਾ ਜਾਂਦਾ। ਪਰ ਪੰਜਾਬ ਦੀਆਂ ਨਜ਼ਰਾਂ ਇਸ ਦੇ ਉੱਤੇ ਜ਼ਰੂਰ ਹੋਣਗੀਆਂ ਕਿ ਕੋਈ ਸਮੀਕਰਨ ਬਣ ਰਹੇ ਨੇ ਜਾਂ ਜਥੇਦਾਰ ਸਾਹਿਬ ਦੇ ਨਾਲ ਇਸ ਨੂੰ ਇੱਕ ਸਿਰਫ ਸ਼ਿਸ਼ਟਾਚਾਰ ਮੁਲਾਕਾਤ ਸਮਝਿਆ ਜਾਵੇ ਕਿ ਦੇਸ਼ ਦੇ ਗ੍ਰਹਿ ਮੰਤਰੀ ਉੱਥੇ ਪਹੁੰਚੇ ਨੇ ਔਰ ਇੱਕ ਵੱਡੇ ਅਹੁਦੇ ਉੱਤੇ ਨੇ। ਪੂਰੇ ਦੇਸ਼ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ, ਬੀਜੇਪੀ ਦੇ ਵੱਡੇ ਆਗੂ ਨੇ ਔਰ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ, ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਨਤਮਸਤਕ ਹੋਏ ਤੇ ਫਿਰ ਜਥੇਦਾਰ ਨਾਲ ਵੀ ਮੁਲਾਕਾਤ ਕੀਤੀ, ਜਥੇਦਾਰ ਸਾਹਿਬ ਦੇ ਨਾਲ ਵੀ ਇੱਕ ਮੁਲਾਕਾਤ ਕੀਤੀ। ਕਿ ਇੱਥੋਂ ਤੱਕ ਹੀ ਸੀਮਿਤ ਹੈ ਮੁਲਾਕਾਤ ਜਾਂ ਇਸ ਨੂੰ ਕੋਈ ਸਿਆਸੀ ਤੌਰ ਦੇ ਉੱਤੇ ਵੀ ਪੂਰੇ ਮਾਮਲੇ ਨੂੰ ਦੇਖਿਆ ਜਾ ਸਕਦਾ ਹੈ। ਖੈਰ ਕਿਆਸ ਕਿਉਂਕਿ ਇਲੈਕਸ਼ਨ ਬਹੁਤ ਨੇੜੇ ਨੇ ਇਸ ਕਰਕੇ ਹੀ ਲੱਗ ਰਹੇ ਨੇ, ਪਰ ਇਹ ਮੁਲਾਕਾਤ ਵਾਕਈ ਹੀ ਸਿਰਫ ਇੱਕ ਰਸਮੀ ਮੁਲਾਕਾਤ ਹੈ ਜੋ ਇੱਕ ਸ਼ਿਸ਼ਟਾਚਾਰ ਮੁਲਾਕਾਤ ਕਹੀ ਜਾਂਦੀ ਹੈ ਉਹੀ ਹੈ ਜਾਂ ਫਿਰ ਉਸ ਤੋਂ ਕੁਝ ਜ਼ਿਆਦਾ ਹੈ। ਜੇਕਰ ਆਗੂਆਂ ਦੇ ਵੱਲੋਂ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਸਾਹਮਣੇ ਹੋਏਗਾ। ਸ਼ੁਕਰੀਆ ਰਾਜੀਵ, ਫਿਲਹਾਲ ਧੰਨਵਾਦ ਸਾਡੇ ਨਾਲ ਜੁੜਨ ਲਈ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਦੇ ਵਿੱਚ 13 ਫਰਵਰੀ ਸਿਆਸਤ ਦਾ ਸੁਪਰ ਸੰਡੇ ਰਹੀ। ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ ਦੇ ਵੱਡੇ ਦਿੱਗਜ ਪੰਜਾਬ ਦੇ ਵਿੱਚ ਨਜ਼ਰ ਆਏ। ਇਸ ਦੌਰਾਨ ਇੱਕ ਦੂਜੇ ਉੱਤੇ ਖੂਬ ਜੰਮ ਕੇ ਨਿਸ਼ਾਨੇ ਵੀ ਸਾਧੇ ਗਏ। ਰਣਜੀਤ ਸਿੰਘ ਜੀ ਚੰਨੀ ਮੁੱਖ ਮੰਤਰੀ ਪੰਜਾਬ। ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਸ਼ਿਖਰਾਂ ਤੇ ਹੈ। ਪ੍ਰਚਾਰ ਦੇ ਆਖਰੀ ਦੌਰ 'ਚ ਵੱਡੇ ਦਿੱਗਜਾਂ ਦੀ ਧਮਾਕੇਦਾਰ ਐਂਟਰੀ ਹੋਈ ਹੈ ਅਤੇ ਆਉਂਦੇ ਹੀ ਇੱਕ ਦੂਜੇ ਤੇ ਵਾਰ ਪਲਟਵਾਰ ਕੀਤੇ ਨੇ। ਭਾਜਪਾ ਤੇ ਆਪ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਘੇਰਿਆ ਹੈ। ਆਪ ਨੇ ਕਾਂਗਰਸ ਨੂੰ ਸਰਕਸ ਕਿਹਾ ਹੈ, ਜਦਕਿ ਭਾਜਪਾ ਆਗੂ ਅਮਿਤ ਸ਼ਾਹ ਨੇ ਚੰਨੀ ਨੂੰ ਕਮਜ਼ੋਰ ਮੁੱਖ ਮੰਤਰੀ ਦੱਸਿਆ ਹੈ। कि चन्नी के नेतृत्व में पंजाब सुरक्षित रह सकता है क्या? अरे भाई, कोई कॉमेडी फिल्म नहीं चलानी है, देश चलाना है। जरा तो संजीदगी से बात करो। जो कांग्रेस है मतलब एक लगता है कि उन्होंने दी पार्टी जिहड़ी एक सर्कस बन गई है। आपस दे विच लड़ाइयां, पंजाब पिछे नहीं, आपस दे विच लड़ाइयां ने कुर्सी पिछे। ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਾਰ ਤੇ ਪ੍ਰਿਯੰਕਾ ਗਾਂਧੀ ਨੇ ਪਲਟਵਾਰ ਕੀਤਾ ਅਤੇ ਦੋਵਾਂ ਤੇ ਮਿਲੀ ਭੁਗਤ ਦੇ ਇਲਜ਼ਾਮ ਲਾਏ ਨੇ। ਪ੍ਰਿਯੰਕਾ ਨੇ ਆਮ ਆਦਮੀ ਪਾਰਟੀ ਨੂੰ आरएसएस ਵੱਲੋਂ जन्मी पार्टी करा रहे हैं। जो आम आदमी पार्टी है वो उभरी कहां से है? वो उभरी ही आरएसएस से है। आम आदमी पार्टी के नेता खुद कहते हैं कि हम भाजपा से बड़े भाजपा हैं। ये सच है कि 5 सालों से हमारी यहां सरकार थी। ये सच भी है कि उस सरकार में कुछ खामियां थी, कहीं रास्ते में भटक गए। वो सरकार पंजाब से चलनी बंद हो गई, वो सरकार दिल्ली से चलने लगी और दिल्ली में भी कांग्रेस पार्टी से नहीं लेकिन भाजपा और भाजपा की सरकार द्वारा चल रही थी।
वो जो छुपी हुई साठगांठ थी वो आज खुले में आ गई है। ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਚੋਣ ਪ੍ਰਚਾਰ ਅਤੇ ਪ੍ਰਚਾਰ ਦੌਰਾਨ ਇਲਜ਼ਾਮ ਤਰਾਸ਼ੀਆਂ ਦਾ ਦੌਰ ਤੇਜ਼ ਹੋ ਰਿਹਾ ਹੈ। ਇੱਕ ਦੂਜੇ ਨੂੰ ਥੱਲੇ ਲਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਲਾਉਣਾ ਜਾਂ ਫਿਰ ਨਾ ਲਾਉਣਾ ਵੋਟਰਾਂ ਦੇ ਹੱਥ ਹੈ। ਨਤੀਜੇ ਸਭ ਕੁਝ ਤੈਅ ਕਰ ਦੇਣਗੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਉਧਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਲੈਕਸ਼ਨ ਤੋਂ ਪਹਿਲਾਂ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਨੇ। ਹਾਲਾਂਕਿ ਪੰਜਾਬ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਮੁੱਖ ਮੰਤਰੀ ਚੰਨੀ ਦੀਆਂ ਤਾਰੀਫਾਂ ਕੀਤੀਆਂ, ਪਰ ਵਿਰੋਧੀ ਨੇ ਕਿਵੇਂ ਪਿੱਛੇ ਮੁੜ ਸਕਦੇ ਸੀ। 100 ਤੋਂ ਵੱਧ ਦਿਨਾਂ ਲਈ ਪੰਜਾਬ ਦੇ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਖਿਲਾਫ ਵਿਰੋਧੀਆਂ ਦਾ ਪਾਰਾ ਵੀ 100 ਤੋਂ ਉੱਪਰ ਚੱਲ ਰਿਹਾ ਹੈ। ਹਰ ਰੈਲੀ, ਸਭਾ ਅਤੇ ਜਨ ਸਭਾ 'ਚ ਵਿਰੋਧੀਆਂ ਦੀ ਜ਼ੁਬਾਨ ਤੇ ਮੁੱਖ ਮੰਤਰੀ ਚੰਨੀ ਦਾ ਨਾਮ ਗੂੰਜਦਾ ਹੈ। ਦਿੱਲੀ ਤੋਂ ਪੰਜਾਬ ਆਏ ਭਾਜਪਾ ਆਗੂ ਅਮਿਤ ਸ਼ਾਹ ਨੇ ਪੀਐਮ ਸੁਰੱਖਿਆ ਨੂੰ ਲੈ ਕੇ ਚੰਨੀ ਤੇ ਵਾਰ ਕੀਤਾ ਹੈ। ਅਮਿਤ ਸ਼ਾਹ ਨੇ ਕਿਹਾ ਹੈ ਕਿ ਜਿਹੜਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਸੁਰੱਖਿਅਤ ਨਹੀਂ ਰੱਖ ਸਕਦਾ, ਉਹ ਪੰਜਾਬ ਨੂੰ ਕਿਵੇਂ ਸੁਰੱਖਿਅਤ ਰੱਖੇਗਾ। साहब आप ख्वाब देख रहे हैं फिर से सरकार बनाने का। अरे लुधियाना वालों, जो आदमी देश का प्रधानमंत्री पंजाब में आए उसका रूट सुरक्षित नहीं रख सकता, वो पंजाब को सुरक्षित रख सकता है क्या? चन्नी जी, आपको एक सेकंड भी यहां पर शासन करने का अधिकार नहीं है। ਉਧਰ ਕੇਜਰੀਵਾਲ ਨੇ ਪੀਐਮ ਸੁਰੱਖਿਆ ਦਾ ਮੁੱਦਾ ਤਾਂ ਨਹੀਂ ਚੁੱਕਿਆ, ਪਰ ਚੰਨੀ ਦੇ 2 ਥਾਵਾਂ ਤੋਂ ਚੋਣ ਲੜਨ ਤੇ ਵੱਡਾ ਦਾਅਵਾ ਕਰ ਦਿੱਤਾ ਹੈ। ਕੇਜਰੀਵਾਲ ਦਾ ਦਾਅਵਾ ਹੈ ਕਿ ਚੰਨੀ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਦੋਵੇਂ ਸੀਟਾਂ ਤੋਂ ਹਾਰਨਗੇ ਅਤੇ ਇਹ ਉਹਨਾਂ ਦੇ ਸਰਵੇ ਨੇ ਸਾਬਿਤ ਕੀਤਾ ਹੈ। चन्नी साहब 2 सीटों से लड़ रहे हैं, चमकौर साहब से और भदौर से। हमने दोनों सीटों पे सर्वे कराए हैं, चन्नी साहब दोनों सीटों से हार रहे हैं। ਭਾਜਪਾ ਤੇ ਆਪ ਨੇ ਚੰਨੀ ਨੂੰ ਘੇਰਿਆ ਤਾਂ ਅਕਾਲੀ ਦਲ ਕਿਵੇਂ ਪਿੱਛੇ ਰਹਿ ਸਕਦਾ ਸੀ। ਸੁਖਬੀਰ ਬਾਦਲ ਨੇ ਚੰਨੀ ਨੂੰ ਮਿਲੀ ਕਲੀਨ ਚਿੱਟ ਤੇ ਵੱਡਾ ਹਮਲਾ ਬੋਲ ਦਿੱਤਾ। ਚੰਨੀ ਨੂੰ ਡੀਐਸਪੀ ਨੇ ਦਿੱਤੀ ਹੈ ਕਲੀਨ ਚਿੱਟ, ਪੁਲਿਸ ਡੀਸੀਐਮ ਦੇ ਖਿਲਾਫ ਥੋੜੀ ਬੋਲੂਗਾ। ਅਸੀਂ ਦੱਸਾਂਗੇ ਕਿਹੜੇ ਕਿੰਨਾ ਪੱਟੇ ਹੋਣੇ। ਵਿਰੋਧੀ ਮੁੱਖ ਮੰਤਰੀ ਨੂੰ ਘੇਰਨ ਦਿੱਲੀ ਤੋਂ ਪੰਜਾਬ ਆਏ ਤਾਂ ਦਿੱਲੀ ਤੋਂ ਹੀ ਆਈ ਪ੍ਰਿਯੰਕਾ ਗਾਂਧੀ ਮੁੱਖ ਮੰਤਰੀ ਦੀ ਢਾਲ ਬਣੀ। ਪ੍ਰਿਯੰਕਾ ਗਾਂਧੀ ਨੇ ਮੁੱਖ ਮੰਤਰੀ ਚੰਨੀ ਦੇ 100 ਦਿਨ ਦੇ ਕੰਮਾਂ ਦੀ ਜੰਮ ਕੇ ਤਾਰੀਫ ਵੀ ਕੀਤੀ। उस नई राजनीति में आपको एक ऐसे इंसान, एक ऐसे शख्स मिले, चरणजीत सिंह चन्नी जी, जो आप में से उभरे, जो आपकी तरह हैं, एक गरीब परिवार के मुख्यमंत्री जिन्होंने आपके लिए 100-150 दिनों में ही इतना कुछ कर डाला। ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਮਾਹੌਲ ਗਰਮਾ ਵੀ ਰਿਹਾ ਹੈ ਅਤੇ ਦਿਲਚਸਪ ਵੀ ਹੋ ਰਿਹਾ ਹੈ। ਦਿੱਲੀ ਤੋਂ ਵੱਡੇ ਦਿੱਗਜ ਪੰਜਾਬ ਦਾ ਰੁਖ ਕਰ ਰਹੇ ਨੇ, ਵਾਰ ਪਲਟਵਾਰ ਜਾਰੀ ਨੇ ਅਤੇ ਹਰ ਛੋਟੇ ਵੱਡੇ ਮੁੱਦੇ ਨੂੰ ਲੋਕਾਂ ਅੱਗੇ ਪਰੋਸਿਆ ਜਾ ਰਿਹਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਗੱਲ ਕਾਂਗਰਸ ਦੀ ਵੀ ਕਰਦੇ ਹਾਂ। ਪ੍ਰਿਯੰਕਾ ਗਾਂਧੀ ਦੀ ਫੇਰੀ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕੁਝ ਵੀ ਨਹੀਂ ਕਿਹਾ, ਬੋਲੇ ਨਹੀਂ, ਭਾਸ਼ਣ ਨਹੀਂ ਦਿੱਤਾ। ਉਹਨਾਂ ਦਾ ਨਾ ਬੋਲਣਾ ਵੀ ਸਿਆਸੀ ਗਲਿਆਰਿਆਂ ਦੇ ਵਿੱਚ ਹੁਣ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਤਸਵੀਰਾਂ ਇਹ ਨੇ ਕਿ ਧੂਰੀ ਦੇ ਵਿੱਚ ਸਟੇਜ ਦੇ ਉੱਤੇ ਨਵਜੋਤ ਸਿੰਘ ਸਿੱਧੂ ਮੌਜੂਦ ਸੀ, ਚਰਨਜੀਤ ਸਿੰਘ ਚੰਨੀ, ਪ੍ਰਿਯੰਕਾ ਗਾਂਧੀ, ਸੁਨੀਲ ਜਾਖੜ ਸਭ ਮੌਜੂਦ ਸੀ। ਜਾਖੜ ਬੋਲੇ। ਜਾਖੜ ਬੋਲਣ ਤੋਂ ਬਾਅਦ ਕਿਉਂਕਿ ਬਲਬੀਰ ਗੋਲਡੀ ਧੂਰੀ ਤੋਂ ਉਮੀਦਵਾਰ ਨੇ, ਇੱਕ ਵਾਰ ਫਿਰ ਤੋਂ ਮੌਜੂਦਾ ਵਿਧਾਇਕ ਵੀ ਨੇ, ਤੇ ਉਹਨਾਂ ਦੇ ਵੱਲੋਂ ਸਟੇਜ ਨੂੰ ਸੰਭਾਲਿਆ ਜਾ ਰਿਹਾ ਸੀ। ਤਸਵੀਰਾਂ ਤੁਸੀਂ ਦੇਖ ਰਹੇ ਹੋ। ਤੇ ਉਹਨਾਂ ਨੇ ਅਪੀਲ ਕੀਤੀ ਨਵਜੋਤ ਸਿੰਘ ਸਿੱਧੂ ਨੂੰ ਕਿ ਤੁਸੀਂ ਆਓ ਤੇ ਆਪਣੇ ਜਿਹੜੇ ਵਿਚਾਰ ਨੇ ਉਹ ਧੂਰੀ ਦੇ ਲੋਕਾਂ ਦੇ ਨਾਲ ਸਾਂਝੇ ਕਰੋ। ਸਿੱਧੂ ਉੜਦੇ ਨੇ ਤੇ ਕਹਿੰਦੇ ਨੇ ਕਿ ਨਹੀਂ, ਮੈਂ ਨਹੀਂ ਬੋਲਾਂਗਾ। ਚਰਨਜੀਤ ਚੰਨੀ ਮੁੱਖ ਮੰਤਰੀ ਤੇ ਪ੍ਰਿਯੰਕਾ ਗਾਂਧੀ ਹੀ ਬੋਲਣਗੇ। ਆਪਣੀ ਗੱਲ ਰੱਖ ਕੇ ਫਿਰ ਉੱਥੇ ਹੀ ਦੁਬਾਰਾ ਸਿੱਧੂ ਬੈਠ ਗਏ, ਪਰ ਸਿੱਧੂ ਨੇ ਪ੍ਰਿਯੰਕਾ ਗਾਂਧੀ ਤੇ ਚਰਨਜੀਤ ਚੰਨੀ ਦੇ ਵੱਲ ਇਸ਼ਾਰਾ ਕਰਕੇ ਬੋਲਣ ਤੋਂ ਇਨਕਾਰ ਕਰ ਦਿੱਤਾ। ਖੈਰ, ਸਿੱਧੂ ਦਾ ਨਾ ਬੋਲਣਾ, ਸਿੱਧੂ ਦਾ ਬੋਲਣ ਤੋਂ ਇਨਕਾਰ ਕਰਨਾ ਵੀ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ। ਤੁਹਾਨੂੰ ਸੁਣਾਉਂਦੇ ਹਾਂ ਪੂਰਾ ਇਹ ਘਟਨਾਕ੍ਰਮ ਉੱਥੇ ਹੋਇਆ ਕੀ।
ਜਿਨ੍ਹਾਂ ਦੀ ਤੁਹਾਨੂੰ ਬਹੁਤ ਬੇਸਬਰੀ ਤੋਂ ਇੰਤਜ਼ਾਰ ਸੀ। ਚੰਨੀ ਸਰਕਾਰ, ਚੰਨੀ ਸਰਕਾਰ, ਚੰਨੀ ਸਰਕਾਰ। ਤੁਹਾਡੇ ਵਾਲੀਆਂ ਤੁਹਾਡੇ ਨਾਲ ਗੱਲ ਕਰਦਾ। ਚੰਨੀ ਸਾਹਿਬ ਤੁਹਾਡੇ ਵਿੱਚ ਆ ਗਏ ਜਿਨ੍ਹਾਂ ਦੀ ਬਹੁਤ ਦੇਰ ਤੋਂ ਇੰਤਜ਼ਾਰ ਸੀ। ਚੰਨੀ ਸਰਕਾਰ, ਚੰਗੀ ਸਰਕਾਰ, ਚੰਨੀ ਸਰਕਾਰ, ਚੰਗੀ ਸਰਕਾਰ। ਹੁਣ ਅੱਗੇ ਵਧਦੇ ਤੇ ਗੱਲ ਹੋਵੇਗੀ ਆਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਦੀ। ਉਹਨਾਂ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ। ਇਸ ਮੌਕੇ ਉਹਨਾਂ ਕਈ ਜਲਸਿਆਂ ਨੂੰ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਹਲਕੇ ਦੇ ਲੋਕ ਹੁਣ ਬਦਲਾਅ ਚਾਹੁੰਦੇ ਨੇ। ਇਸ ਮੌਕੇ ਉਹਨਾਂ ਨੇ ਜਿੱਥੇ ਆਪਣੀ ਜਿੱਤ ਦਾ ਦਾਅਵਾ ਕੀਤਾ ਤਾਂ ਉੱਥੇ ਵਿਰੋਧੀਆਂ ਨੂੰ ਵੀ ਨਿਸ਼ਾਨੇ ਉੱਤੇ ਲਿਆ। ਅੱਜ ਪਿੰਡ ਨੂਰੋਵਾਲ ਦੇ ਵਿੱਚ ਸਮੂਹ ਪੰਚਾਇਤ ਸਰਪੰਚ ਸਾਹਿਬ ਸਮੇਤ ਮੇਰਾ ਇਹਨਾਂ ਨੇ ਸਮਰਥਨ ਦਿੱਤਾ। ਸਮਰਥਨ ਤਾਂ ਹਫ਼ਤਾ ਪਹਿਲਾਂ ਦਿੱਤਾ ਸੀ, ਬਟ ਇਹਨਾਂ ਦਾ ਐਸੇ ਸੀ ਜੀ ਪ੍ਰੋਗਰਾਮ ਕਰਕੇ ਕੰਮ ਖਿੱਚਣਾ। ਸੋ ਅੱਜ ਸਾਰਾ ਪਿੰਡ ਇਕੱਠਾ ਹੋ ਕੇ ਇਹਨਾਂ ਨੇ ਮੇਰਾ ਸਾਥ ਦਿੱਤਾ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਸ ਤੋਂ ਇਲਾਵਾ ਜੇ ਨੂਰੋਵਾਲ ਤੋਂ ਇਲਾਵਾ ਗੱਲ ਕੀਤੀ ਜਾਵੇ ਤੇ ਹੋਰ ਪਿੰਡਾਂ ਦੇ ਵਿੱਚ ਕਿਹੋ ਜਿਹਾ ਸਹਿਯੋਗ ਮਿਲ ਰਿਹਾ? ਦੇਖੋ ਜੀ, ਬਹੁਤ ਵਧੀਆ ਸਹਿਯੋਗ ਮਿਲ ਰਿਹਾ। ਮੈਂ ਕਹਿ ਸਕਦਾ ਕਿ ਹਰ ਰੋਜ਼ 3 ਤੋਂ 4 ਪੰਚਾਇਤਾਂ ਜੁਆਇਨ ਕਰਾਈ ਦੀਆਂ। ਕੱਲ ਰਾਤ ਵੀ ਅਸੀਂ ਤਲਵੰਡੀ ਪਾਈ ਦੇ ਸਾਰੀ ਸਮੂਹ ਪੰਚਾਇਤ ਜੁਆਇਨ ਕਰਾਈ। ਮੈਂਬਰ ਸਾਹਿਬ ਸਾਰੇ ਸੀਗੇ, ਉਹ ਜੁਆਇਨ ਕੀਤੇ ਨੇ ਤੇ ਵੱਖਰਿਆਂ ਪਿੰਡਾਂ 'ਚ ਬਹੁਤ ਸਹਿਯੋਗ ਮਿਲ ਰਿਹਾ। ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਮਿਲੇ, ਉਹਦੇ ਵਾਸਤੇ ਕੀ ਤੁਹਾਡੇ ਵੱਲੋਂ ਕੀਤਾ ਜਾਏਗਾ ਅਗਰ ਤੁਸੀਂ ਜਿੱਤੇ? ਦੇਖੋ ਜੀ, ਸਾਫ਼ ਸੁਥਰਾ ਪ੍ਰਸ਼ਾਸਨ, ਲੋਕਾਂ ਨੂੰ ਪਹਿਲੀ ਗੱਲ ਤਾਂ ਪੁਲਿਸ ਤੋਂ ਕੋਈ ਧੱਕਾ ਨਹੀਂ ਹੋਏਗਾ ਕਿਸੇ ਬੰਦੇ ਦੇ ਉੱਤੇ। ਉਮੀਦਵਾਰ ਡਾਕਟਰ ਨਵਜੋਤ ਸਿੰਘ ਦਹੀਆ ਨੇ ਨਕੋਦਰ ਦੇ ਵਿੱਚ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਪਖਾਇਆ। ਉਹਨਾਂ ਜਿੱਥੇ ਘਰ ਘਰ ਜਾ ਕੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਤਾਂ ਉੱਥੇ ਹੀ ਚੋਣ ਜਲਸਿਆਂ ਨੂੰ ਵੀ ਸੰਬੋਧਨ ਕੀਤਾ, ਜਿੱਥੇ ਲੋਕਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਵੀ ਕੀਤਾ। ਤਸਵੀਰਾਂ ਤੁਹਾਡੇ ਸਾਹਮਣੇ ਨੇ। ਪੂਰਾ ਜ਼ੋਰ ਇਸ ਸਮੇਂ ਲਗਾਇਆ ਜਾ ਰਿਹਾ ਹਰ ਕਿਸੇ ਦੇ ਵੱਲੋਂ ਇਲੈਕਸ਼ਨ ਤੋਂ ਪਹਿਲਾਂ ਔਰ ਡੋਰ ਟੂ ਡੋਰ। ਨਕੋਦਰ ਦੇ ਵਿੱਚ ਵੀ ਦਿਲਚਸਪ ਜ਼ਰੂਰ ਇਸ ਸਮੇਂ ਚੋਣਾਂ ਨਜ਼ਰ ਆ ਰਹੀਆਂ ਨੇ। ਡਾਕਟਰ ਦਹੀਆ ਪ੍ਰਚਾਰ ਕਰਦੇ ਨਜ਼ਰ ਆ। ਮੈਂ ਤਾਂ ਜਿੱਥੇ ਵੀ ਜਾ ਰਿਹਾ, ਕਾਂਗਰਸ ਪਾਰਟੀ ਬਹੁਤ ਮਜ਼ਬੂਤ ਹੈ ਔਰ ਇਹ ਕਾਂਗਰਸੀ ਹਲਕਾ ਰਿਹਾ ਹੈ ਸਾਡੇ ਨਕੋਦਰ ਹਲਕਾ, ਜਿੱਥੋਂ ਚੀਫ ਮਿਨਿਸਟਰ ਬਣ ਕੇ ਗਏ ਹੋਏ ਆ। ਇਹ ਬੜੀ ਇਤਿਹਾਸਕ ਕੌਂਸਟੀਟੂਐਂਸੀ ਹੈ। ਸਰਦਾਰ ਅਮਰਾਓ ਸਿੰਘ ਸਾਹਿਬ, ਅਮਰਜੀਤ ਸਿੰਘ ਸਮਰਾ, ਅੱਜ ਜਦੋਂ ਹਲਕਿਆਂ ਦਾ ਥੋੜਾ ਰਲੇਵਾਂ ਮਲੇਵਾਂ ਹੋਇਆ, ਉਹਦੇ ਕਰਕੇ ਪਿਛਲੀਆਂ 2 ਵਾਰੀਆਂ ਤੋਂ ਅਸੀਂ ਸਰਕਾਰ ਦੇ ਵਿੱਚ MLA ਨਹੀਂ ਦੇ ਸਕੇ। ਪਰ ਐਤਕੀ ਮੈਨੂੰ ਲੱਗਦਾ ਹੈ ਕਿ ਸਾਰਾ ਬਹੁਤ ਭਰਵਾਂ ਹੁੰਗਾਰਾ ਹੈ ਔਰ ਲੋਕਾਂ ਨੂੰ ਚਾਲ ਸਮਝ ਆ ਗਈ ਹੈ। ਪਿਛਲੀ ਵਾਰੀ ਜਿਹੜੀ ਬੀਬੀ ਇੰਦਰਜੀਤ ਕੌਰ ਏਡੀ ਚੋਟੀ ਦਾ ਜ਼ੋਰ ਲਾ ਕੇ ਵਡਾਲਾ ਸਾਹਿਬ ਨੂੰ ਜਿਤਾਉਣ ਲੱਗੀ ਹੋਈ ਸੀ ਤੇ ਸਰਵਣ ਹੇਰ ਨੂੰ ਹਰਾਉਣ ਲੱਗੀ ਹੋਈ ਸੀ, ਅੱਜ ਸਰਵਣ ਹੇਰ ਜਿਹੜੇ ਨੇ ਆਮ ਆਦਮੀ ਪਾਰਟੀ ਵਾਲੇ, ਉਹ ਅਕਾਲੀ ਦਲ ਚਲੇ ਗਏ ਆ ਤੇ ਅਕਾਲੀ ਦਲ 'ਚੋਂ ਬੀਬੀ ਨਿਕਲ ਕੇ ਉੱਧਰ ਚਲੇ ਗਈ ਹੈ। ਸੋ ਲੋਕਾਂ ਨੂੰ ਪਤਾ ਹੈ ਕਿ ਦੋਨੋਂ ਜਣੇ ਰਲੇ ਹੋਏ ਨੇ, ਇਹ ਉਹਨਾਂ ਦੀ B ਟੀਮ ਹੈ। ਤੇ ਇਸ ਵੇਲੇ ਕਾਂਗਰਸ ਇੱਥੇ ਚੰਨੀ ਸਾਹਿਬ ਨੂੰ ਜੋ ਸਾਡੇ ਉਹਨਾਂ ਦੇ ਕੰਮ ਕੀਤੇ ਆ, ਉਹਨੂੰ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਔਰ ਜਿੱਥੇ ਵੀ ਜਾਂਦੇ ਆ ਉਹ ਇਹੀ ਗੱਲ ਚੱਲਦੀ ਆ ਵੀ ਘਰ ਘਰ ਚੱਲੀ ਗੱਲ। ਹੁਣ ਰੁਕ ਕਰਦੇ ਹਾਂ ਅਸੀਂ ਰਾਜਪੁਰਾ ਦਾ। ਰਾਜਪੁਰਾ ਤੋਂ ਬੀਜੇਪੀ ਦੇ ਉਮੀਦਵਾਰ ਜਗਦੀਸ਼ ਕੁਮਾਰ ਜੱਗਾ ਆਪਣੇ ਸਮਰਥਕਾਂ ਦੇ ਨਾਲ ਪਟਿਆਲਾ ਪਹੁੰਚ ਕੇ ਅਮਿਤ ਸ਼ਾਹ ਦੀ ਰੈਲੀ ਦੇ ਵਿੱਚ ਸ਼ਾਮਲ ਹੋਏ। ਉਹ ਵੱਡੀ ਗਿਣਤੀ ਦੇ ਵਿੱਚ ਕਾਫਲਾ ਲੈ ਕੇ ਪਟਿਆਲਾ ਪਹੁੰਚੇ ਹੋਏ ਸਨ। ਜਗਦੀਸ਼ ਕੁਮਾਰ ਜੱਗਾ ਨੇ ਚੋਣਾਂ ਦੇ ਵਿੱਚ ਬੀਜੇਪੀ ਅਤੇ ਆਪਣੀ ਜਿੱਤ ਦਾ ਦਾਅਵਾ ਵੀ ਕੀਤਾ। ਸਟੇਜ ਤੋਂ ਅਮਿਤ ਸ਼ਾਹ ਦੇ ਵੱਲੋਂ ਵੀ ਜੱਗਾ ਦਾ ਨਾਮ ਲੈ ਕੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਅਮਿਤ ਸ਼ਾਹ ਪਟਿਆਲਾ ਪਹੁੰਚੇ ਹੋਏ ਸਨ, ਜਿੱਥੇ ਉਹਨਾਂ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ ਤੇ ਉੱਥੇ ਆਪਣੇ ਸਮਰਥਕਾਂ ਦੇ ਨਾਲ ਜਗਦੀਸ਼ ਜੱਗਾ ਵੀ ਪਹੁੰਚੇ ਹੋਏ ਸੀ। ਅਜੇ ਅੱਗੇ ਦੇਖੋ ਤਾਂ ਸਹੀ ਕੀ ਹੁੰਦਾ ਹੈ। ਰਾਜਪੁਰੇ ਦਿਖਾਤਾ ਨਾ ਸਾਡੇ ਪ੍ਰਧਾਨ ਇਹ ਸਰਦਾਰ ਸੁਰਜੀਤ ਸਿੰਘ ਜੀ ਗੜੀ SGPC ਮੈਂਬਰ, ਕੱਲ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰੀ ਹੈ। ਮੈਂ ਇਹ ਕਹਿ ਸਕਦਾ ਕੱਲਾ ਰਾਜਪੁਰੇ ਨੂੰ ਬਲ ਨਹੀਂ ਮਿਲਿਆ, ਪੂਰੇ ਪੰਜਾਬ ਨੂੰ ਬਲ ਮਿਲਿਆ ਸਰਦਾਰ ਸੁਰਜੀਤ ਸਿੰਘ ਗੜੀ ਸਾਹਿਬ ਦੇ ਆਉਣ ਨਾਲ। ਲੋਕਾਂ ਦੇ ਵਿੱਚ ਇੱਕ ਮੈਂ ਕਹਿ ਸਕਦਾ ਕਿ ਤੂਫਾਨ ਆ ਗਿਆ ਹੈ ਕਿ ਸਮੁੱਚਾ ਰਾਜਪੁਰਾ ਹਲਕਾ ਜੋ ਹੈ ਲੋਕਲ ਉਮੀਦਵਾਰ ਕਰਕੇ ਜਗਦੀਸ਼ ਕੁਮਾਰ ਜੱਗਾ ਜੀ ਦੀ ਚੋਣ ਮੁਹਿੰਮ ਦੇ ਵਿੱਚ ਪੂਰਾ ਹਲਕਾ ਕੁੱਦ ਚੁੱਕਿਆ ਹੈ ਔਰ ਬਿਲਕੁਲ ਸਪਸ਼ਟ ਹੈ ਇਹ ਜੋ ਜਿੱਤ ਹੈ, ਕਿਸੇ ਨੂੰ ਇਸ ਦੇ ਵਿੱਚ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜਗਦੀਸ਼ ਕੁਮਾਰ ਜੱਗਾ ਇਹ ਚੋਣ ਬਿਲਕੁਲ ਜਿੱਤ ਚੁੱਕਿਆ। ਐਲਾਨ ਹੋਣਾ ਬਾਕੀ ਹੈ ਔਰ ਵਿਰੋਧੀਆਂ ਦੀ ਜ਼ਮਾਨਤਾਂ ਜ਼ਬਤ ਹੋ ਜਾਣੀਆਂ ਨੇ, ਕਿਉਂਕਿ ਲੋਕਾਂ ਨੇ ਧਾਰ ਲਿਆ ਹੈ ਕਿ ਰਾਜਪੁਰਾ ਨੂੰ ਸ਼ਾਮਲਾਤ ਜ਼ਮੀਨ ਸਮਝ ਰੱਖਿਆ
ਜਿਹੜਾ ਹੀ ਬਾਹਰ ਤੋਂ ਆਉਂਦਾ ਹੈ, ਆਪਣੇ ਹਲਕੇ ਦੇ ਵਿੱਚ ਕੋਈ ਉਸ ਨੂੰ ਪੁੱਛਦਾ ਨਹੀਂ। ਉਹ ਰਾਜਪੁਰੇ ਦਾ ਇੱਥੇ ਆ ਕੇ ਆਪਣੀ ਮਲਕੀਅਤ ਸਮਝ ਕੇ ਬੈਠ ਜਾਂਦਾ ਹੈ। ਇਸ ਲਈ ਰਾਜਪੁਰੇ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਲੋਕਲ ਉਮੀਦਵਾਰ ਨੂੰ ਜਿਤਾਉਣਾ ਹੈ। ਉਧਰ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਦੀ ਆਪਸੀ ਖਿੱਚੋਤਾਣ ਨੇ ਕਾਂਗਰਸ ਨੂੰ ਮੁੜ ਸੋਚਾਂ ਦੇ ਵਿੱਚ ਪਾ ਦਿੱਤਾ ਹੈ। ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਤੇ ਵੱਡਾ ਵਾਰ ਕੀਤਾ, ਜਦਕਿ ਇਸ ਮਾਮਲੇ 'ਚ ਹੁਣ ਅਕਾਲੀ ਦਲ ਨੇ ਵੀ ਐਂਟਰੀ ਮਾਰੀ ਹੈ। ਪੰਜਾਬ ਕਾਂਗਰਸ 'ਚ ਘਮਸਾਨ ਮੁੱਕਣ ਦਾ ਨਾਮ ਨਹੀਂ ਲੈ ਰਿਹਾ, ਪਰ ਇਸ ਘਮਸਾਨ 'ਚ ਵੀ ਇੱਕ ਟਵਿਸਟ ਹੈ। ਮਾਮਲਾ ਕਾਂਗਰਸ ਤੋਂ ਹੁੰਦਾ ਹੋਇਆ ਹੁਣ ਅਕਾਲੀ ਦਲ ਤੱਕ ਜਾ ਪਹੁੰਚਿਆ। ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਤੇ ਚੋਣਾਂ 'ਚ ਬਾਦਲਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਲਾਏ ਨੇ। ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੂੰ ਚੋਣਾਂ 'ਚ ਹਰਾਉਣ ਲਈ ਸਾਰੇ ਬਾਦਲ ਇਕੱਠੇ ਹੋ ਗਏ ਨੇ। ਸਾਰੇ ਬਾਦਲ ਅੱਜ ਵੀ ਉਹ ਸਾਰੇ ਬਾਦਲ ਇਕੱਠੇ ਨੇ ਗਿੱਦੜਬਾਹ 'ਚ, ਜਿਹੜੇ ਇਨਕਲੂਡਿੰਗ ਮਨਪ੍ਰੀਤ ਬਾਦਲ। ਮੈਂ ਨਾਮ ਸਾਰੇ ਬਾਦਲ, ਆਲ ਬਾਦਲਸ। ਇੱਕ ਕੋਈ ਹੋਰ ਬਾਦਲ ਹੈ, ਸ਼ਰਾਬ ਮਾਫੀਆ ਸੀਗਾ, ਉਹ ਵੀ ਬਾਦਲ। ਹੁਣ ਬਾਦਲਾਂ ਨੂੰ ਡਰ ਸਤਾ ਰਿਹਾ। ਇਹਨਾਂ ਨੇ ਅਮਰਿੰਦਰ ਸਿੰਘ ਨਾਲ ਗੱਲ ਕਰ ਲਈ ਕਿ ਰਾਜਾ ਵੜਿੰਗ ਅਗਰ ਨੂੰ ਬਣਾਤਾ ਤਾਂ ਸਾਡੇ ਗਰਦਨ ਘੁੱਟ ਦੇਗਾ। ਰਾਜਾ ਵੜਿੰਗ ਤਾਂ ਇੱਥੋਂ ਤੱਕ ਕਹਿ ਗਏ ਕਿ ਉਹਨਾਂ ਨੂੰ ਹਰਾਉਣ ਲਈ ਸਾਰੇ ਬਾਦਲਾਂ ਵਿਚਾਲੇ ਗਿੱਦੜਬਾਹਾ ਅਤੇ ਬਠਿੰਡਾ ਸੀਟ ਤੇ ਸਮਝੌਤਾ ਹੋਇਆ ਹੈ। ਵੜਿੰਗ ਨੇ ਕਿਹਾ ਕਿ ਇਸ ਸਮਝੌਤੇ ਕਾਰਨ ਹੀ ਲੋਕ ਸਭਾ ਚੋਣਾਂ 'ਚ ਉਹਨਾਂ ਦੀ ਬਠਿੰਡਾ ਤੋਂ ਹਾਰ ਹੋਈ ਸੀ। ਜਿੰਨੇ ਬਾਦਲ ਇਕੱਠੇ ਹੋਣਗੇ ਉਨੀਆਂ ਵੋਟਾਂ ਨਾਲ ਰਾਜਾ ਵੜਿੰਗ ਜ਼ਿਆਦਾ ਜਿੱਤੂਗਾ। ਲੋਕ ਇਸੇ ਗੱਲ ਤੋਂ ਨਫ਼ਰਤ ਕਰਦੇ ਹੈ ਕਿ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਉੱਥੇ ਕਾਂਗਰਸ ਦੀ ਮਦਦ, ਇੱਥੇ ਅਕਾਲੀਆਂ ਦੀ ਮਦਦ, ਕਿ ਇਕੱਠੇ ਰਹੀਏ, ਸਾਡੇ ਗਿਰੇਬਾਨ ਤੱਕ ਕੋਈ ਪਹੁੰਚ ਨਾ ਸਕੇ। ਮਨਪ੍ਰੀਤ ਬਾਦਲ ਰਾਹੀਂ ਅਕਾਲੀ ਦਲ ਤੇ ਇਲਜ਼ਾਮ ਲੱਗੇ ਤਾਂ ਅਕਾਲੀਆਂ ਨੇ ਵੀ ਔਨ ਦਾ ਸਪੌਟ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਅਕਾਲੀ ਦਲ ਨੇ ਅਜਿਹੇ ਕਿਸੇ ਵੀ ਸਮਝੌਤੇ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਮਨਪ੍ਰੀਤ ਬਾਦਲ ਦੇ ਸਮਰਥਕ ਉਹਨਾਂ ਨਾਲ ਤੁਰੇ ਜ਼ਰੂਰ ਨੇ, ਪਰ ਉਹ ਸਭ ਅਕਾਲੀ ਦਲ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨਾਲ ਜੁੜੇ ਨੇ। ਮੇਰੀ ਮਦਦ ਚਲੋ ਮਨਪ੍ਰੀਤ ਬਾਦਲ ਕਰ ਰਿਹਾ ਜੀ, ਮੈਂ ਮੰਨ ਲੈਣਾ। ਬਾਕੀ ਬਾਦਲ ਤਾਂ ਪਹਿਲਾਂ ਹੀ ਸਾਰੇ ਹੈ ਹੀ ਅਕਾਲੀ ਦਲ ਦੇ ਵਿੱਚ। ਮਨਪ੍ਰੀਤ ਬਾਦਲ ਕਰ ਰਹੇ ਮਦਦ, ਮੰਨਦੇ ਹੋ? ਮੇਰੀ ਗੱਲ ਤਾਂ ਸੁਣ ਲਓ। ਇਹ ਕਹਿ ਰਹੇ ਆ ਨਾ, ਮੈਂ ਤਾਂ ਨਹੀਂ ਕਿਹਾ ਤੁਹਾਨੂੰ। ਉਹਨਾਂ ਦੇ ਬੰਦੇ ਤੁਹਾਡੇ ਨਾਲ ਤੁਰੇ ਆ, ਇਹ ਤਾਂ ਮੰਨਦੇ ਹੋ? ਭਾਈ ਜਿਹੜੇ ਉਹਨਾਂ ਦੇ ਨਾਲ ਹੋਇਆ ਕਰਦੇ ਸੀ, ਠੋਕ ਕੇ ਤੁਰੇ ਆ। ਚੋਣਾਂ ਸਿਰ ਤੇ ਨੇ, ਪਰ ਕਾਂਗਰਸੀ ਕਲੇਸ਼ ਮੁੱਕਣ ਦੀ ਥਾਂ ਤੇ ਹੋਰ ਫੈਲਦਾ ਜਾ ਰਿਹਾ ਹੈ। ਪਹਿਲਾਂ ਹੀ ਕਾਂਗਰਸ ਬਾਗੀਆਂ ਦਾ ਦੁੱਖ ਹੰਢਾ ਰਹੀ ਹੈ, ਹੁਣ ਇਸ ਨਵੇਂ ਵਿਵਾਦ ਨੇ ਪਾਰਟੀ ਦੀਆਂ ਮੁਸ਼ਕਿਲਾਂ ਹੋਰ ਵੀ ਵਧਾ ਦਿੱਤੀਆਂ ਨੇ। ਗਿੱਦੜਬਾਹਾ ਤੋਂ ਵਿਜੇਪਾਲ ਬਰਾੜ ਦੇ ਨਾਲ ਨਪਿੰਦਰ ਬਰਾੜ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਇੱਕ ਪਾਸੇ ਸਿਆਸੀ ਮਾਹੌਲ ਭਖਿਆ ਹੋਇਆ ਤਾਂ ਦੂਜੇ ਪਾਸੇ ਸਿਆਸੀ ਆਗੂਆਂ ਦਾ ਵੱਖਰਾ ਅੰਦਾਜ਼ ਵੀ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਪ੍ਰਿਯੰਕਾ ਗਾਂਧੀ ਸੂਬੇ ਦੇ ਖੇਤਾਂ ਦੇ ਵਿੱਚ ਘੁੰਮਦੇ ਨਜ਼ਰ ਆਏ ਤਾਂ ਉੱਥੇ ਬੀਜੇਪੀ ਆਗੂਆਂ ਨੇ ਚਾਹ ਦੀਆਂ ਚੁਸਕੀਆਂ ਲਈਆਂ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਖੇਤਾਂ ਦੀਆਂ ਵੱਟਾਂ ਤੇ ਸਿਆਸੀ ਸੰਵਾਦ, ਚਾਹ ਦੀਆਂ ਚੁਸਕੀਆਂ ਨਾਲ ਚੋਣ ਪ੍ਰਚਾਰ। ਇਸ ਵਾਰ ਸਿਆਸੀ ਆਗੂਆਂ ਦੇ ਵੱਖਰੇ ਸਵੈਗ ਵੇਖਣ ਨੂੰ ਮਿਲ ਰਹੇ ਨੇ। ਰੋਜ਼ਾਨਾ ਸਿਆਸਤਦਾਨਾਂ ਦੀਆਂ ਵੱਖੋ-ਵੱਖ ਦਿਲਕਸ਼ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਪੰਜਾਬ ਫੇਰੀ ਦੌਰਾਨ ਪ੍ਰਿਯੰਕਾ ਗਾਂਧੀ ਖੇਤਾਂ 'ਚ ਪਹੁੰਚੇ, ਜਿੱਥੇ ਉਹਨਾਂ ਨੇ ਸਿਆਸੀ ਸੰਵਾਦ ਕੀਤਾ। ਇਸ ਮੌਕੇ ਪ੍ਰਿਯੰਕਾ ਦੇ ਨਾਲ ਸੀਐਮ ਚੰਨੀ ਤੇ ਸੁਨੀਲ ਜਾਖੜ ਵੀ ਮੌਜੂਦ ਰਹੇ। ਇੱਥੇ ਹੀ ਨਹੀਂ, ਪ੍ਰਿਯੰਕਾ ਗਾਂਧੀ ਨੇ ਮੋਟਰ ਤੇ ਬਹਿ ਕੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਵੀ ਖਾਧੀ। ਨਾਲ ਹੀ ਪ੍ਰਿਯੰਕਾ ਗਾਂਧੀ ਨੇ ਚਾਹ ਦੀਆਂ ਚੁਸਕੀਆਂ ਵੀ ਲਈਆਂ। ਉਧਰ ਬੀਜੇਪੀ ਵੀ ਚਾਹ ਪੀਂਦੀ ਹੋਈ ਨਜ਼ਰ ਆਈ। ਬੀਜੇਪੀ ਵਿਲੱਖਣ ਪ੍ਰਚਾਰ ਕਰ ਰਹੀ ਹੈ। ਬੀਤੇ ਦਿਨੀ ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਕੁਲਚੇ ਖਾਂਦਿਆਂ ਦੀਆਂ ਸਿਆਸੀ ਚਰਚਾ ਸੁਰਖੀਆਂ ਵਿੱਚ ਸੀ, ਤਾਂ ਹੁਣ ਉਹਨਾਂ ਨੇ ਚਾਹ ਪਕੌੜੇ ਖਾਂਦਿਆਂ ਸਿਆਸੀ ਮਜਮਾ ਲਾਇਆ। ਇਸ ਮੌਕੇ ਤੇ ਉਹਨਾਂ ਦੇ ਨਾਲ ਤਰੁਣ ਚੁੱਗ, ਮਨੋਜ ਤਿਵਾਰੀ ਤੇ ਹੋਰ ਬੀਜੇਪੀ ਆਗੂ ਮੌਜੂਦ ਰਹੇ। ਸਿਆਸੀ ਪਿੜ ਵਿੱਚ ਹੁਣ ਨੈਸ਼ਨਲ ਆਗੂ ਉਤਰ ਆਏ ਨੇ। ਵੱਡੇ ਦਿਗਜ ਪੰਜਾਬ ਦੀ ਫੇਰੀ ਤੇ ਨੇ ਤੇ ਇਸ ਮੌਕੇ ਤੇ ਪੰਜਾਬ ਦੀਆਂ ਖੂਬਸੂਰਤ ਚੀਜ਼ਾਂ ਨੂੰ ਨਿਹਾਰ ਵੀ ਰਹੇ ਨੇ ਤੇ ਪੰਜਾਬ ਦਾ ਸਵਾਦ ਵੀ ਚਖ ਰਹੇ ਨੇ। ਧੂਰੀ ਤੋਂ ਚਰਨਜੀਵ ਕੌਸ਼ਲ ਦੇ ਨਾਲ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਦੀ ਰਿਪੋਰਟ, ਨਿਊਜ਼ 18 ਪੰਜਾਬ।
ਹੁਣ ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਵੋਟ ਦੀ ਵਰਤੋਂ ਦੀ। ਆਪਣੀ ਵੋਟ ਦੀ ਵਰਤੋਂ ਤੁਸੀਂ ਜ਼ਰੂਰ ਕਰੋ। ਜਿੱਥੇ ਇਲੈਕਸ਼ਨ ਕਮਿਸ਼ਨ ਇਸ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਹੈ ਤਾਂ ਅੰਮ੍ਰਿਤਸਰ ਦੇ ਜਗਜੋਤ ਸਿੰਘ ਰੂਬਲ ਨੇ ਵੀ ਵੋਟਰਾਂ ਦੀ ਜਾਗਰੂਕਤਾ ਦੇ ਲਈ ਇੱਕ ਵੱਖਰਾ ਕਦਮ ਚੁੱਕਿਆ ਹੈ। ਕਹਿੰਦੇ ਨੇ ਤਸਵੀਰਾਂ ਬੋਲਦੀਆਂ ਨੇ। ਸਿਆਸਤਦਾਨਾਂ ਦੀਆਂ ਇਹਨਾਂ ਤਸਵੀਰਾਂ ਨੂੰ ਤਰਾਸ਼ਦਾ ਅੰਮ੍ਰਿਤਸਰ ਦਾ ਜਗਜੋਤ ਸਿੰਘ ਰੂਬਲ ਕੋਸ਼ਿਸ਼ ਦੇ ਵਿੱਚ ਹੈ ਕਿ ਵੋਟਰਾਂ ਨੂੰ ਜਾਗਰੂਕ ਕਰ ਸਕੇ। ਜਗਜੋਤ ਮੁਤਾਬਿਕ ਕੁਝ ਵੋਟਰ ਅਜਿਹੇ ਨੇ ਜੋ ਇਹ ਕਹਿ ਕੇ ਵੋਟ ਨਹੀਂ ਦਿੰਦੇ ਕਿ ਮੇਰੀ ਇੱਕ ਵੋਟ ਦੇ ਨਾਲ ਕੀ ਹੋਣਾ ਹੈ, ਪਰ ਉਸੇ ਇੱਕ ਵੋਟ ਦੇ ਨਾਲ ਸਰਕਾਰ ਬਣਨੀ ਹੈ। ਜਗਜੋਤ ਨੇ ਇਹ ਪੇਂਟਿੰਗ 25 ਦਿਨਾਂ ਦੇ ਵਿੱਚ ਤਿਆਰ ਕੀਤੀ ਤੇ ਕਲਾਕਾਰੀ ਇਹ ਥਾਂ ਦਰਸਾਉਂਦੀ ਹੈ ਕਿ ਹਰ ਕਲਾਕਾਰ ਅਦਾਕਾਰ ਦੀਆਂ ਤਸਵੀਰਾਂ ਇਹਨਾਂ ਬਣਾਈਆਂ ਨੇ ਤੇ ਇਸ ਵਾਰ ਪੰਜਾਬ ਦੇ ਸਿਆਸਤਦਾਨਾਂ ਦੇ ਵੱਡੇ ਚਿਹਰੇ ਨਰਿੰਦਰ ਮੋਦੀ, ਅਰਵਿੰਦ ਕੇਜਰੀਵਾਲ, ਰਾਹੁਲ ਗਾਂਧੀ, ਸੁਖਬੀਰ ਬਾਦਲ, ਭਗਵੰਤ ਮਾਨ ਤੇ ਚਰਨਜੀਤ ਚੰਨੀ ਇਸ ਤਸਵੀਰ ਦੇ ਰੂਪ ਦੇ ਵਿੱਚ ਤਰਾਸ਼ੇ। फरवरी को इलेक्शन होने जा रही है पंजाब में, और इस पेंटिंग का बनाने का जो मेरा मकसद है कि जो पंजाब के यूथ लोग हैं, ठीक है, वो वोट नहीं डालते कि हमारी एक वोट से क्या हो जाएगा, लेकिन वोट जो डालना हर किसी का अधिकार है। तो प्लीज़ सभी को वोट डालनी चाहिए। अपील टू द वोटर्स, चूज द राइट कैंडिडेट। अपने राइट कैंडिडेट को चुने और पंजाब का सीएम उसको चुने। सर 25 डेज लगे इस पेंटिंग में, और इस पेंटिंग में एक में इंडिया को फ्लैग में दिखाया गया है। ਗੌਰ ਦੇ ਨਾਲ ਵੇਖਿਆ ਜਾਵੇ ਤਾਂ ਤਿਰੰਗੇ ਦੇ 3 ਰੰਗ ਦਰਸਾਉਂਦੀ ਇਹ ਤਸਵੀਰ ਲੋਕਤੰਤਰ ਦੀ ਹੱਕ ਦੀ ਆਵਾਜ਼ ਨੂੰ ਉੱਚਾ ਚੁੱਕਦੀ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਵੱਖਰੇ ਅੰਦਾਜ਼ ਦੇ ਨਾਲ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਵੋਟ ਇਸ ਵਾਰ ਜ਼ਰੂਰ ਪਾਇਓ। ਐਤਵਾਰ ਨੂੰ ਵੋਟਾਂ ਪੈਣਗੀਆਂ, ਆਉਂਦੇ ਐਤਵਾਰ ਨੂੰ, ਤੇ ਸਾਡੀ ਸਭ ਦੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਇੱਕ ਵੋਟ ਦਾ ਇਸਤੇਮਾਲ ਸਹੀ ਤਰੀਕੇ ਨਾਲ ਸੋਚ ਸਮਝ ਕੇ ਇਸ ਵਾਰ ਜ਼ਰੂਰ ਕਰੀਏ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਪ੍ਰਾਈਮ ਟਾਈਮ 'ਚ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।